उधर हरियाणा के मुख्य मंत्री मनोहर लाल का बयान सामने आया। उन्होंने कहा कि किसानों के वफद की गलबात जारी है और लोकतंत्र के विच सारिਆਂ ਨੂੰ प्रदर्शन करने का अधिकार है और उन्होंने उम्मीद जताई है कि गलबात के राही मसले का हल निकल आएगा। तो हरियाणा के मुख्यमंत्री सीएम मनोहर लाल ने उम्मीद जताई है कि पिछले करीब 1-2 घंटे तो जी मीटिंग चल रही है, प्रशासनिक अधिकारी खुद सकारात्मक सोच के मीटिंग कर रहे हैं और नाल ही उन्होंने कहा कि जिस तरीके महापंचायत बुलाई गई तो उसके बदले उन्होंने कहा कि हर एक नूं लोकतंत्र दे विच अपनी गल रखने का और धरना मुजाहरा देने का हक है। लोकतंत्र में हर किसी को अपने कार्यक्रम करने का एक अधिकार होता है, तो किसानों ने आज जो एक सभा अपनी बुलाई है वो वहाँ चल रही है और साथ ही एक 11 मेंबरी कमेटी किसानों की बनी है, उनके साथ एडमिनिस्ट्रेशन की बातचीत चल रही है और मुझे लगता है कोई ना कोई एमिकेबल रास्ता उसमें से निकल जाए। लेकिन जब कोई ऐसी संभावित लॉ एंड ऑर्डर की स्थिति में समस्या आने वाले जो विषय होता है उस समय एडमिनिस्ट्रेशन अपने उनके जो सेट नॉर्म्स हैं उसके हिसाब से अपनी प्रिकॉशंस लेते हैं और अगर वहाँ एडमिनिस्ट्रेशन ने कोई इस प्रकार का प्रिकॉशनरी मेजर लिया है तो ये निर्णय प्रशासन का होता है और प्रशासन सारी स्थितियों को संभालने के लिए इस प्रकार के सारे काम। ਤਾਂ ਗੱਲਬਾਤ ਦੇ ਰਾਹੀਂ ਹੱਲ ਨਿਕਲਣ ਦੀ ਗੱਲ ਇੱਕ ਵਾਰ ਫਿਰ ਤੋਂ ਦੁਹਰਾਈ ਹੈ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੇ। ਸਿੱਧਾ ਚੱਲਦੇ ਆ ਗਰਾਊਂਡ ਜ਼ੀਰੋ ਤੋਂ ਸਾਡੇ ਸਹਿਯੋਗੀ ਨਪਿੰਦਰ ਸਿੰਘ ਬਰਾੜ ਜੁੜ ਰਹੇ ਨੇ। ਨਪਿੰਦਰ, ਤਾਂ ਇੱਕ ਪਾਸੇ ਮਹਾਪੰਚਾਇਤ ਦਾ ਇਕੱਠ ਨਜ਼ਰ ਆ ਰਿਹਾ ਤਾਂ ਦੂਸਰੇ ਪਾਸੇ ਪਿਛਲੇ 2 ਘੰਟਿਆਂ ਤੋਂ ਮੀਟਿੰਗ ਚੱਲ ਰਹੀ ਹੈ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ, ਤਾਂ ਅੱਜ ਦੇ ਇਸ ਮਹਾਪੰਚਾਇਤ ਦੇ ਵਿੱਚ ਹੁਣ ਗਰਾਊਂਡ ਜ਼ੀਰੋ ਤੋਂ ਕੀ ਅਪਡੇਟ ਆ ਜਾਣਨਾ ਚਾਹੁੰਦੇ ਆ? ਵਫਦ ਕਿਸਾਨ ਆਗੂਆਂ ਦਾ ਗਿਆ ਹੋਇਆ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਦੇ ਲਈ, ਡੀਸੀ ਦੇ ਨਾਲ ਗੱਲਬਾਤ ਕਰਨ ਦੇ ਲਈ, ਪਰ ਹਜੇ ਵੀ ਉਹ ਮੀਟਿੰਗ ਚੱਲ ਰਹੀ ਆ। ਔਰ ਇੱਥੇ ਪਿੱਛੇ ਜਿਹੜੀ ਮੰਡੀ ਦੇ ਵਿੱਚ ਨਵੀਂ ਦਾਣਾ ਮੰਡੀ ਕਰਨਾਲ ਦੀ ਜਿਹੜਾ ਉੱਥੇ ਕਿਸਾਨ ਇਕੱਠੇ ਹੋਏ ਨੇ, ਉੱਥੇ ਸਟੇਜ ਦੇ ਉੱਪਰੋਂ ਲਗਾਤਾਰ ਕਿਸਾਨ ਆਗੂ ਜਿਹੜੇ ਨੇ ਉਹ ਇੱਥੇ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ, ਭਾਸ਼ਣ ਦੇ ਰਹੇ ਨੇ, ਕਿਸਾਨਾਂ ਨੂੰ ਸਾਰੀ ਸਥਿਤੀ ਬਾਰੇ ਦੱਸਿਆ ਜਾ ਰਿਹਾ ਹੈ, ਪੂਰੇ ਮੁੱਦੇ ਤੇ ਚਰਚਾ ਕੀਤੀ ਜਾ ਰਹੀ ਹੈ। ਪਰ ਦੂਜੇ ਪਾਸੇ ਹਾਲੇ ਵੀ ਇੱਥੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਦੋਂ ਜਿਹੜੀ ਮੀਟਿੰਗ ਹੈ ਉਹ ਖਤਮ ਹੋਵੇਗੀ ਔਰ ਉਸ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਉਹ ਫੈਸਲਾ ਆ ਕੇ ਇਹਨਾਂ ਕਿਸਾਨਾਂ ਨੂੰ ਦੱਸਿਆ ਜਾਵੇਗਾ ਔਰ ਉਸ ਤੋਂ ਬਾਅਦ ਅੱਗੇ ਦਾ ਕੋਈ ਫੈਸਲਾ ਜਿਹੜਾ ਹੈਗਾ ਉਹ ਲਿਆ ਜਾਣਾ ਹੈ। ਪਰ ਹਾਲ ਫਿਲਹਾਲ ਦੀ ਘੜੀ ਉਡੀਕ ਕੀਤੀ ਜਾ ਰਹੀ ਹੈ ਕਿ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਚੱਲ ਰਹੀ ਆ ਉਸ ਮੀਟਿੰਗ ਦੇ ਵਿੱਚ 11 ਮੈਂਬਰੀ ਵਫਦ ਦੇ ਨਾਲ ਗੱਲਬਾਤ ਤੋਂ ਬਾਅਦ ਕੀ ਕੋਈ ਕਿਸੇ ਨਤੀਜੇ ਵਾਲੇ ਪਾਸੇ ਨੂੰ ਗੱਲ ਤੁਰਦੀ ਆ, ਕਿਉਂਕਿ ਸਿੱਧੇ ਤੌਰ ਤੇ ਇਹ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਐਸਡੀਐਮ ਨੇ ਉਸ ਵੇਲੇ ਪਿਛਲੇ ਘਟਨਾਕ੍ਰਮ ਦੇ ਦੌਰਾਨ ਜਿਸ ਤਰ੍ਹਾਂ ਆਰਡਰ ਦਿੱਤੇ ਸੀਗੇ ਉਹ ਕਾਨੂੰਨ ਦੇ ਦਾਇਰੇ ਤੋਂ ਕਿਸੇ ਵੀ ਹਾਲ ਦੇ ਵਿੱਚ ਕਿਸਾਨਾਂ ਦੇ ਮੁਤਾਬਕ ਕਾਨੂੰਨ ਦੇ ਦਾਇਰੇ ਦੇ ਵਿੱਚ ਨਹੀਂ ਮੰਨਿਆ ਜਾ ਸਕਦਾ। ਜਿਸ ਤਰ੍ਹਾਂ ਸਿੱਧੇ ਤੌਰ ਤੇ ਕਿਸਾਨਾਂ ਸਿਰ ਫੋੜਨ ਦਾ ਜਿਹੜਾ ਹੈਗਾ ਹੁਕਮ ਦਿੱਤੇ ਗਏ, ਉਸ ਤਰ੍ਹਾਂ ਦੀ ਵੀਡੀਓ ਇੱਕ ਵਾਇਰਲ ਹੋਈ ਤਾਂ ਜਿਹਦੇ ਵਿੱਚ ਉਸ ਐਸਡੀਐਮ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ। ਹਾਲਾਂਕਿ ਉਹਦਾ ਤਬਾਦਲਾ ਕਰ ਦਿੱਤਾ ਗਿਆ, ਪਰ ਕਿਉਂਕਿ ਕਿਸਾਨ ਦੀ ਮੌਤ ਵੀ ਹੋ ਗਈ ਸੀ ਉਸ ਲਾਠੀਚਾਰਜ ਤੋਂ ਬਾਅਦ, ਜ਼ਖਮੀ ਹੋਣ ਤੋਂ ਬਾਅਦ ਕਿ ਕਿਸਾਨ ਦੀ ਮੌਤ ਵੀ ਹੋਈ ਸੀ, ਅਜਿਹੇ ਦੇ ਵਿੱਚ ਐਸਡੀਐਮ ਦੇ ਉੱਪਰ ਜਿਹੜਾ ਹੈਗਾ 302 ਯਾਨੀ ਕਤਲ ਦਾ ਮੁਕੱਦਮਾ ਵੀ ਦਰਜ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ। ਦੇਖੋ ਪ੍ਰਸ਼ਾਸਨ ਨਾਲ ਮੀਟਿੰਗ ਜਾਰੀ ਹੈ, ਉਸ ਮੀਟਿੰਗ ਦੇ ਵਿੱਚ ਕੀ ਹੱਲ ਨਿਕਲਦਾ, ਕੀ ਪ੍ਰਸ਼ਾਸਨ ਕੋਈ ਭਰੋਸਾ ਦਿੰਦਾ ਹੈ, ਕੀ 11 ਮੈਂਬਰੀ ਵਫਦ ਦਾ ਜਿਹੜਾ ਉਹਨਾਂ ਦੇ ਨਾਲ ਗੱਲਬਾਤ ਦੇ ਦੌਰਾਨ ਕੋਈ ਸਹਿਮਤੀ ਬਣ ਪਾਉਂਦੀ ਆ। ਇਸ ਲਈ ਫਿਲਹਾਲ ਮੀਟਿੰਗ ਜਾਰੀ ਹੈ। ਕਹਿ ਸਕਦੇ ਹਾਂ ਕਿ ਲੰਬੀ ਚੌੜੀ ਮੀਟਿੰਗ ਚੱਲ ਰਹੀ ਹੈ, ਕਈ ਘੰਟੇ ਹੋ ਗਏ ਨੇ ਉਸ ਮੀਟਿੰਗ ਨੂੰ ਚੱਲਦਿਆਂ ਉਹ ਹਾਲੇ ਤੱਕ ਮੀਟਿੰਗ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਆ। ਯਾਨੀ ਕਿਤੇ ਨਾ ਕਿਤੇ ਜ਼ਾਹਰ ਤੌਰ ਤੇ ਮਾਮਲਾ ਫਸਿਆ ਹੋਇਆ ਦੋਨਾਂ ਧਿਰਾਂ ਦੇ ਵਿੱਚ ਔਰ ਮੀਟਿੰਗ ਜਦੋਂ ਹੀ ਖਤਮ ਹੋਵੇਗੀ ਉਸ ਤੋਂ ਬਾਅਦ ਉਹ ਆ ਕੇ ਇਸੇ ਮੰਚ ਤੋਂ ਆ ਕੇ ਜਾਣਕਾਰੀ ਦੇਣਗੇ ਕਿ ਕੀ ਫੈਸਲਾ ਹੋਇਆ, ਪ੍ਰਸ਼ਾਸਨ ਦੇ ਨਾਲ ਕੀ ਸਹਿਮਤੀ ਬਣੀ ਹੈ, ਕੀ ਕਾਰਵਾਈ ਹੁੰਦੀ ਹੈ ਨਹੀਂ ਹੁੰਦੀ, ਜਾਂ ਉਸ ਤੋਂ ਬਾਅਦ ਅੱਗੇ ਕਿਸਾਨਾਂ ਦਾ ਕੀ ਰੁਖ ਰਹਿਣ ਵਾਲਾ, ਕਿਸ ਤਰ੍ਹਾਂ ਦਾ ਅੱਗੇ ਕਦਮ ਜਿਹੜਾ ਪੁੱਟਿਆ ਜਾਣਾ, ਕਿਸ ਤਰ੍ਹਾਂ ਰਣਨੀਤੀ ਅੱਗੇ ਅਪਣਾਈ ਜਾਣੀ ਹੈ। ਤਾਂ ਫਿਲਹਾਲ ਉਸ ਮੀਟਿੰਗ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਔਰ ਮੀਟਿੰਗ ਹਾਲ ਫਿਲਹਾਲ ਦੀ ਘੜੀ ਜਾਰੀ ਹੈ ਜੀ। बिल्कुल नपिंदर, तो मीटिंग इस वेले जारी है और अनाज मंडी के संबोधन भी किया जा रहा, पर दूसरे पासे तो मीटिंग जारी 2 घंटे फिलहाल तुसीं नपिंदर लगातार बन रहे हो, थोड़ी देर बाद फिर तुहाडे कोल आवांगे। फिलहाल के लिए बहुत बहुत शुक्रिया। तो अनाज मंडी नवीं ग्रेन मार्केट जी हैगी मंडी है उसके करनाल के वड्डा इकट्ठ होए और पर दूसरे पासे उसके पैरल पिछले 2 घंटिया तो जिहड़ा किसानों का 12 मैंबरी वफद जिहड़ा है वो
ਸੰਯੁਕਤ ਕਿਸਾਨ ਮੋਰਚੇ ਦਾ ਉਹ ਗੱਲਬਾਤ ਕਰ ਰਿਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ, ਜਿਸ ਦੇ ਵਿੱਚ ਰਕੇਸ਼ ਟਕੈਤ, ਚੜੂਨੀ, ਰਾਜੇਵਾਲ, ਉਗਰਾਹਾਂ ਤੇ ਜੋਗਿੰਦਰ ਯਾਦਵ ਸ਼ਾਮਲ ਨੇ। ਤਾਂ 2 ਘੰਟੇ ਦਾ ਸਮਾਂ ਕਰੀਬ ਹੋ ਚੁੱਕਿਆ ਹੈ। ਮਿਨੀ ਸਕੱਤਰੇਤ ਕਰਨਾਲ ਦੇ ਵਿੱਚ ਮੀਟਿੰਗ ਇਸ ਵੇਲੇ ਜਾਰੀ ਹੈ। ਅਪਡੇਟ ਤੁਹਾਨੂੰ ਦੇ ਰਹੇ ਹਾਂ ਕਿ ਪਿਛਲੇ 2 ਘੰਟੇ ਤੋਂ ਲਗਾਤਾਰ ਹਲੇ ਮੀਟਿੰਗ ਚੱਲ ਰਹੀ ਹੈ। ਗੱਲਬਾਤ ਦੇ ਰਾਹੀਂ ਮਸਲੇ ਦੇ ਹੱਲ ਵੱਲ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਦੂਸਰੇ ਪਾਸੇ ਨਿਗਾਹਾਂ ਟਿਕੀਆਂ ਹੋਈਆਂ ਨੇ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਇਸ ਮੀਟਿੰਗ ਦੇ ਵਿੱਚ ਜਿਹੜਾ 12 ਮੈਂਬਰੀ ਵਫਦ ਗਿਆ ਸੀ ਮੀਟਿੰਗ ਦੇ ਵਿੱਚ, ਉਸ ਦੇ ਵਿੱਚ ਮੌਜੂਦ ਨੇ, ਜਿਸ ਦੇ ਵਿੱਚ ਗੁਰਨਾਮ ਚੜੂਨੀ, ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਉਗਰਾਹਾਂ, ਜੋਗਿੰਦਰ ਯਾਦਵ ਤੇ ਰਕੇਸ਼ ਟਕੈਤ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ। ਔਰ ਕਰੀਬ 2 ਘੰਟੇ ਦਾ ਸਮਾਂ ਬੀਤ ਚੁੱਕਿਆ ਮਿਨੀ ਸਕੱਤਰੇਤ ਦੇ ਵਿੱਚ ਇਹਨਾਂ ਨੂੰ ਗਿਆ ਨੂੰ, ਔਰ ਹਲੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਜਾਰੀ ਹੈ। ਔਰ ਕਿਤੇ ਨਾ ਕਿਤੇ ਬੀਤੇ ਦਿਨ ਜਿਹੜੀ ਮੀਟਿੰਗ ਕੀਤੀ ਗਈ ਸੀ ਤਾਂ ਉਹ ਗੁਰਨਾਮ ਸਿੰਘ ਚੜੂਨੀ ਨੇ ਕੀਤੀ ਸੀ ਅਧਿਕਾਰੀਆਂ ਦੇ ਨਾਲ, ਪਰ ਉਹ ਬੇਨਤੀ ਜਾ ਰਹੀ ਸੀ। ਪਰ ਅੱਜ ਫੇਰ ਇੱਕ ਸਕਾਰਾਤਮਕ ਸੋਚ ਦੇ ਨਾਲ ਇਹ 12 ਮੈਂਬਰੀ ਵਫਦ ਮਿਨੀ ਸਕੱਤਰੇਤ ਪਹੁੰਚਿਆ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੇ ਲਈ, ਪਰ 2 ਘੰਟੇ ਦਾ ਸਮਾਂ ਬੀਤ ਚੁੱਕਿਆ, ਹਾਲੇ ਤੱਕ ਕੋਈ ਵੀ ਜਿਹੜਾ ਨਤੀਜਾ ਉਹ ਆਪਣੇ ਅੰਜਾਮ ਤੱਕ ਨਹੀਂ ਪਹੁੰਚਿਆ। ਉਧਰ ਕਰਨਾਲ ਦੇ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਦਾ ਵਿਰੋਧ ਦੇਖਣ ਨੂੰ ਮਿਲਿਆ। ਕਿਸਾਨਾਂ ਦੇ ਵੱਲੋਂ ਨਗਰ ਨਿਗਮ ਕਮਿਸ਼ਨਰ ਦਾ ਵਿਰੋਧ ਕੀਤਾ ਗਿਆ। ਮਹਾ ਪੰਚਾਇਤ ਦੇ ਮੰਚ ਦੇ ਕੋਲ ਪਹੁੰਚੇ ਸਨ ਕਮਿਸ਼ਨਰ, ਤਾਂ ਨਗਰ ਨਿਗਮ ਕਮਿਸ਼ਨਰ ਮਨੋਜ ਕੁਮਾਰ ਨੂੰ ਸਟੇਜ ਤੋਂ ਲੈ ਕੇ ਗਏ ਅਨਾਜ ਮੰਡੀ ਤੱਕ ਕਰਨਾ ਪਿਆ ਸੀ ਵਿਰੋਧ ਦਾ ਸਾਹਮਣਾ। ਤਾਂ ਇਸ ਵੇਲੇ ਦੀ ਅਹਿਮ ਖਬਰ ਦੱਸ ਰਿਹਾ ਕਿ ਕਮਿਸ਼ਨਰ ਨਗਰ ਨਿਗਮ ਕਮਿਸ਼ਨਰ ਪਹੁੰਚੇ ਸਨ ਕਿਸਾਨਾਂ ਦੇ ਕੋਲ, ਉੱਥੇ ਉਹਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਤਾਂ ਕਿਸਾਨਾਂ ਦੇ ਵੱਲੋਂ ਨਗਰ ਨਿਗਮ ਕਮਿਸ਼ਨਰ ਦਾ ਵਿਰੋਧ ਕੀਤਾ ਗਿਆ ਔਰ ਮਹਾ ਪੰਚਾਇਤ ਦੇ ਸਟੇਜ ਤੋਂ ਕੋਲ ਪਹੁੰਚੇ ਸੀ ਕਮਿਸ਼ਨਰ, ਔਰ ਨਗਰ ਨਿਗਮ ਕਮਿਸ਼ਨਰ ਮਨੋਜ ਕੁਮਾਰ ਨੂੰ ਸਟੇਜ ਤੋਂ ਲੈ ਕੇ ਅਨਾਜ ਮੰਡੀ ਤੱਕ ਜਿਹੜਾ ਸੀ ਉਹ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਤਾਂ ਤਸਵੀਰਾਂ ਤੁਹਾਨੂੰ ਕੁਝ ਸਮਾਂ ਪਹਿਲਾਂ ਦੀਆਂ ਦਿਖਾ ਰਹੇ ਹਾਂ, ਜਿਸ ਵੇਲੇ ਨਗਰ ਨਿਗਮ ਕਮਿਸ਼ਨਰ ਦਾ ਵਿਰੋਧ ਹੋ ਰਿਹਾ ਸੀ। ਤਾਂ ਉਧਰ ਕਿਸਾਨੀ ਅੰਦੋਲਨ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ। ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਉੱਠੀ ਹੈ। ਜੀ ਹਾਂ, ਕਮੇਟੀ ਦੇ ਮੈਂਬਰ ਅਨਿਲ ਕਨਵਟ ਨੇ ਹੀ ਚੀਫ ਜਸਟਿਸ ਨੂੰ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਕਮੇਟੀ ਵੱਲੋਂ ਸੌਂਪੀ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕੀਤੀ ਗਈ ਹੈ ਔਰ ਰਿਪੋਰਟ ਨੂੰ ਕੇਂਦਰ ਸਰਕਾਰ ਨੂੰ ਭੇਜਣ ਦੀ ਵੀ ਇਸ ਦੇ ਵਿੱਚ ਮੰਗ ਕੀਤੀ ਗਈ ਹੈ। ਅਜੇ ਤੱਕ ਕਿਸਾਨਾਂ ਦਾ ਮੁੱਦਾ ਹੱਲ ਨਾ ਹੋਣ ਤੇ ਦੁੱਖ ਵੀ ਜ਼ਾਹਰ ਕੀਤਾ ਗਿਆ ਔਰ 3 ਮੈਂਬਰੀ ਕਮੇਟੀ ਦਾ ਹਿੱਸਾ ਸਨ ਅਨਿਲ ਕਨਵਟ, ਜਿਨ੍ਹਾਂ ਨੇ ਹੁਣ ਚਿੱਠੀ ਲਿਖੀ ਆ CGI ਨੂੰ। ਤਾਂ 12 ਜਨਵਰੀ 2021 ਨੂੰ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਗਈ ਸੀ। ਕਮੇਟੀ ਨੇ 2 ਮਹੀਨੇ ਅੰਦਰ ਆਪਣੀ ਰਿਪੋਰਟ ਸੁਪਰੀਮ ਕੋਰਟ ਦੇ ਹਵਾਲੇ ਕਰ ਦਿੱਤੀ ਗਈ ਸੀ। ਹੁਣ ਉਸ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਉੱਠੀ ਔਰ ਇਹ ਮੰਗ ਕਮੇਟੀ ਦੇ ਮੈਂਬਰ ਅਨਿਲ ਕਨਵਟ ਨੇ ਕੀਤੀ ਔਰ ਚੀਫ ਜਸਟਿਸ ਨੂੰ ਇਸ ਮੁਤਲਕ ਚਿੱਠੀ ਵੀ ਲਿਖੀ ਹੈ। ਤਾਂ इस खबर से गलबात करते हैं, साढ़े सहयोगी सुशील पांडे जुड़ रहे हैं। सुशील, तो कह सकते हैं कि बड़ी खबर किसानी इन मुद्दे को लेकर जो अब मांग उठी है कि जल्द से जल्द जनतक की जाए, क्या कुछ अपडेट है इस मामले में? आज देखिए, अनिल धनवत फिलहाल सुप्रीम कोर्ट के द्वारा जो कमेटी बनाई गई थी उस कमेटी के एक मेंबर थे। हालांकि उस मेंबर के सदस्य ने निजी तौर पर चीफ जस्टिस को ये पत्र लिखा और ये कहा है कि जिसके लिए फिलहाल कृषि कानून के लिए सुप्रीम कोर्ट के द्वारा कमेटी बनाई गई थी, उस कमेटी में तमाम बातें रखी गई हैं और उन तमाम बातों का रिकमेंडेशन जो है वो फिलहाल पब्लिक के सामने किया जाना चाहिए। और उन्हें इस बात का दुख है कि सुप्रीम कोर्ट ने इस मामले का संज्ञान नहीं लिया है और इसीलिए उनकी तरफ से मांग की गई है कि सुप्रीम कोर्ट इस मामले को कंसीडर करे और जो फिलहाल कमेटी के द्वारा इस पूरे मामले में 3 महीने के भीतर तमाम लोगों से बातचीत करके, तमाम स्टेक होल्डर से बातचीत करके कमेटी ने सुप्रीम कोर्ट में जो रिपोर्ट दी है उस रिपोर्ट को पब्लिक करने की आवश्यकता है, क्योंकि कहीं ना कहीं लोगों के भी दिमाग में ये बात होनी चाहिए कि आखिर कमेटी ने 3 महीने के भीतर स्टेक होल्डर से क्या बातचीत की है और 3 जो कृषि कानून है उस कानून को लेकर जो लगातार अभी धरने पर किसान बैठे हैं उनको लेकर किस तरह की बातें सोची जा रही हैं। तो उसी लिए फिलहाल अनिल धनवत ने निजी तौर पर सुप्रीम कोर्ट में ये पत्र लिखा है, जिस पर उन्होंने सुप्रीम कोर्ट से मांग की है कि वो इस प्रकरण को संज्ञान में ले और जल्द से जल्द इस दिशा में आगे बढ़े।
ਜੀ ਬਿਲਕੁਲ ਸੁਸ਼ੀਲ, ਤਾਂ ਬਹੁਤ ਬਹੁਤ ਧੰਨਵਾਦ। ਤਾਂ 3 ਮੈਂਬਰੀ ਕਮੇਟੀ ਜਿਹੜੀ ਗਠਿਤ ਕੀਤੀ ਗਈ ਸੀ, ਜਿਸਨੇ ਕਿ ਰਿਪੋਰਟ ਸੌਂਪੀ ਸੀ, ਉਸ ਦੇ ਵਿੱਚੋਂ ਇੱਕ ਮੈਂਬਰ ਨੇ ਅਨਿਲ ਕਲਮਟ, ਜਿਨ੍ਹਾਂ ਨੇ ਹੁਣ ਇਹ ਸੀਜੀਆਈ ਨੂੰ ਮੰਗ ਕੀਤੀ ਔਰ ਜਲਦ ਤੋਂ ਜਲਦ ਜਿਹੜੀ ਰਿਪੋਰਟ ਉਸ ਨੂੰ ਜਨਤਕ ਕਰਨ ਦੀ ਮੰਗ ਕੀਤੀ ਔਰ ਨਾਲ ਹੀ ਉਹਨਾਂ ਨੇ ਦੁੱਖ ਜਤਾਇਆ ਕਿ ਇੰਨਾ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਹਲੇ ਕਿਸੇ ਵੀ ਅੰਜਾਮ ਤੱਕ ਇਹ ਨਤੀਜਾ ਨਹੀਂ ਪਹੁੰਚਿਆ। ਤਾਂ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਦੇ ਇੱਕ ਮੈਂਬਰ ਅਨਿਲ ਕਲਮਟ ਨੇ ਚੀਫ ਜਸਟਿਸ ਨੂੰ, ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਚਿੱਠੀ ਲਿਖੀ ਔਰ ਜਲਦ ਤੋਂ ਜਲਦ ਕਮੇਟੀ ਵੱਲੋਂ ਸੌਂਪੀ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਤਾਂ ਇੱਥੇ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਪਰ ਖਬਰਾਂ ਜਾਰੀ ਨੇ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ।